ਜਿਹੜਾ ਹੈਡਿੰਗ ਲਿਖਿਆ ਗਿਆ ਉਹਦੇ ਵਿੱਚ ਬਗਾਨੀ ਮਾਂ ਲਫ਼ਜ਼ ਉਹ ਉਸ ਨਾਲ ਕਾਫੀ ਜਿਹੜਾ ਹੈ ਮਾਹੌਲ ਖਰਾਬ ਹੋਇਆ। ਉਹਨਾਂ ਨੇ ਐਡੀ ਆਪਣੀ ਗੈਰ ਜ਼ਿੰਮੇਵਾਰੀ ਵਾਲੀ ਗੱਲ ਸਾਹਮਣੇ ਲਿਆ ਕੇ ਇੰਨਾ ਇੱਕ ਟੱਚ ਕਰ ਦੇਣਾ ਇੱਕ ਵਰਗ ਨੂੰ, ਤਾਂ ਅਸੀਂ ਵੀ ਇਸ ਗੱਲ 'ਤੇ ਇਸੇ ਕਰਕੇ ਤਾਂ ਅਸਤੀਫਾ ਦਿੱਤਾ ਜੀ। ਵੀ ਜਦੋਂ ਸਾਡੇ ਵੀ ਹੱਥੋਂ ਗੱਲ ਨਿਕਲ ਗਈ, ਕਿਉਂਕਿ 14 ਸਾਲ ਹੋ ਗਏ ਇਸ ਅਦਾਰੇ ਨੂੰ ਬਠਿੰਡਾ ਦੇ ਵਿੱਚ ਮੈਂ ਆਪ ਲੈ ਕੇ ਆਇਆ ਸੀਗਾ ਅਤੇ ਬੜੀ ਮਿਹਨਤ ਨਾਲ ਇੱਥੋਂ ਤੱਕ ਲੈ ਕੇ ਆਏ ਹਾਂ, ਅਤੇ ਅੱਜ ਆਪ ਨੂੰ ਵੀ ਬੜਾ ਮਨ ਦੁਖਿਆ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਕੱਦ ਦੇਖੀਏ ਵੀ ਉਹ ਅੰਮ੍ਰਿਤਧਾਰੀ ਸਿੱਖ ਨੇ, ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ, ਤਾਂ ਉਸ ਸੰਵਿਧਾਨ ਦੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਵਿਧਾਨ 'ਤੇ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸੰਵਿਧਾਨ ਦੇ ਤੌਰ 'ਤੇ ਉਹ ਕਿਤੇ ਵੀ ਮਾਤਾ ਦੇ ਮੰਦਿਰ 'ਚ ਨਤਮਸਤਕ ਨਹੀਂ ਹੋ ਸਕਦੇ, ਜਾਂ ਉਹ ਖੰਭਣੀ ਨਹੀਂ ਬਣਵਾ ਸਕਦੇ, ਜਾਂ ਉੱਥੋਂ ਦਸਾਲਾ ਨਹੀਂ ਲੈ ਸਕਦੇ। ਸੋ ਹੋ ਸਕਦਾ ਵੀ ਇਸ ਮੈਟਰ ਨੂੰ ਲੈ ਕੇ ਉਹਨਾਂ ਨੇ ਟੱਚ ਕੀਤਾ ਹੋਵੇ। ਤਾਂ ਪਹਿਲੀ ਵਾਰ ਨਹੀਂ ਨਾ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਕਿਸੇ ਵੀ ਆਗੂ ਵੱਲੋਂ ਵੀ ਹਿੰਦੂ ਮੰਦਿਰਾਂ ਦੇ ਵਿੱਚ ਮੱਥਾ ਟੇਕਿਆ ਗਿਆ ਹੋਵੇ ਜਾਂ ਕਿਤੇ ਵੀ। ਸਾਡੇ ਦੇਸ਼ ਵਿੱਚ ਮੀਡੀਆ ਨੂੰ ਕਨਸਟੀਟਿਊਸ਼ਨ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ, ਸੰਵਿਧਾਨ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ, ਅਤੇ ਜੇਕਰ ਮੀਡੀਆ ਅਦਾਰਿਆਂ ਵੱਲੋਂ ਅਜਿਹੀਆਂ ਖਬਰਾਂ ਲੱਗਣ ਜਿੱਥੇ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ, ਅਜਿਹਾ ਇੱਕ ਮਾਮਲਾ ਬੀਤੇ ਦਿਨੀ ਸਾਹਮਣੇ ਆਇਆ ਹੈ ਜਿੱਥੇ ਕਿ 2 ਰਿਸਪੌਂਸੀਬਲ ਅਦਾਰਿਆਂ ਵੱਲੋਂ ਇੱਕ ਅਜਿਹੀ ਖਬਰ ਛਾਪੀ ਗਈ। ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਹੋਰੀ ਮਾਤਾ ਚਿੰਤਪੁਰਨੀ ਦਰਬਾਰ ਵਿਖੇ ਨਤਮਸਤਕ ਹੋਣ ਜਾਂਦੇ ਨੇ, ਪਰ ਉਸ ਖਬਰ ਨੂੰ ਕੁਝ ਹੋਰ ਹੀ ਰੰਗਤ ਦੇ ਕੇ ਇੱਕ ਖਬਰ ਲਗਾਈ ਗਈ ਜਿਹਦੇ ਨਾਲ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀਆਂ ਹੈ। ਔਰ ਇੱਕ ਅਦਾਰੇ ਦੇ ਉੱਪਰ ਜਿਹੜਾ ਹੈ IPC ਅੰਡਰ ਸੈਕਸ਼ਨ 295A ਦੇ ਤਹਿਤ ਮਾਮਲਾ ਦਰਜ ਹੋ ਚੁੱਕਾ ਹੈ, ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੈ। ਸਾਡੇ ਨਾਲ ਅਨਿਲ ਵਰਮਾ ਜੀ ਸ਼ਾਮਿਲ ਨੇ, ਜੋ ਬਠਿੰਡਾ ਤੋਂ ਉਸ ਅਦਾਰੇ ਦੇ ਨਾਲ ਜੁੜੇ ਹੋਏ ਸਨ ਅਤੇ ਡਿਸਟ੍ਰਿਕਟ ਇੰਚਾਰਜ ਬਤੌਰ ਸੇਵਾਵਾਂ ਨਿਭਾ ਰਹੇ ਸਨ। ਇਹਨਾਂ ਨੇ ਹਾਲ ਹੀ ਦੇ ਵਿੱਚ ਅਸਤੀਫਾ ਦੇ ਦਿੱਤਾ ਹੈ ਇਸ ਸਾਰੇ ਮਾਮਲੇ ਦਾ ਸਾਹਮਣੇ ਆਉਣ ਤੋਂ ਬਾਅਦ। ਸਾਡੇ ਨਾਲ ਮੌਜੂਦ ਨੇ ਸਰ, ਕੀ ਕਹਿਣਾ ਚਾਹੋਗੇ ਤੁਸੀਂ? ਬੜੀ ਮੰਦਭਾਗੀ ਗੱਲ ਹੈ ਇਹ ਕਿ ਇੰਨਾ ਰਿਸਪੌਂਸੀਬਲ ਅਦਾਰਾ ਔਰ ਇਹੋ ਜਿਹੀਆਂ ਖਬਰਾਂ ਲੱਗਣ। ਇਹ ਖਬਰ ਜਦੋਂ ਕੱਲ੍ਹ ਸੁਬਾਹ ਅਖਬਾਰ ਦੇਖਿਆ ਤਾਂ ਮੈਨੂੰ ਵੀ ਬਹੁਤ ਵੱਡਾ ਝਟਕਾ ਲੱਗਿਆ ਕਿ ਇਹ ਖਬਰ ਕਿਵੇਂ ਲੱਗ ਗਈ, ਕਿਉਂਕਿ ਉਹ ਖਬਰ ਚਿੰਤਪੁਰਨੀ ਤੋਂ ਸੀ, ਪਹਿਰੇਦਾਰ ਬਿਊਰੋ ਦੇ ਨਾਮ 'ਤੇ ਸੀ। ਸੋ ਮੈਂ ਪੜ੍ਹ ਕੇ ਬੜਾ ਸ਼ੌਕ ਲੱਗਿਆ, ਕਿਉਂਕਿ ਹੈਡਿੰਗ ਹੀ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਸੀ ਵੀ ਆਪਣੇ ਆਪ ਨੂੰ ਵੀ ਇੱਕ ਬਤੌਰ ਹਿੰਦੂ ਜਾਂ ਇੱਕ ਬਤੌਰ ਪੱਤਰਕਾਰ ਜਾਂ ਇੱਕ ਪੰਜਾਬੀ ਜਾਂ ਨਾਗਰਿਕ ਬਹੁਤ ਵੱਡਾ ਝਟਕਾ ਲੱਗਿਆ। ਸੋ ਮੈਂ ਉਸੇ ਤਰ੍ਹਾਂ ਉਸੇ ਵੇਲੇ ਹੀ ਮੈਂ ਸਾਡੇ ਜਿਹੜੇ ਸੰਪਾਦਕ ਨੇ ਉਹਨਾਂ ਨੂੰ ਕਾਲ ਕੀਤੀ, ਤਾਂ ਉਹਨਾਂ ਨੇ ਕਿਹਾ ਵੀ ਕੋਈ ਐਸੀ ਗੱਲ ਨਹੀਂ। ਫਿਰ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਤਾਂ ਉਹ ਹੋਰ ਦੇਵੀ ਦੇਵਤਿਆਂ ਦੇ ਨਤਮਸਤਕ ਨਹੀਂ ਹੋ ਸਕਦਾ। ਸੋ ਆਪਣੀ ਖਬਰ ਬਿਲਕੁਲ ਸਹੀ ਹੈ। ਸੋ ਮੈਨੂੰ ਬੜੀ ਮਨ ਨੂੰ ਲੱਗੀ, ਤਾਂ ਮੈਂ ਕਿਹਾ ਵੀ ਤੁਸੀਂ ਇਸ ਖਬਰ ਦਾ ਸ਼ਾਮ ਤੱਕ ਤੁਸੀਂ ਚੈੱਕ ਕਰੋ ਵੀ ਇਹਦਾ ਵਿਵਾਦ ਖੜ੍ਹਾ ਹੋਏਗਾ। ਉਹੀ ਗੱਲ ਹੋਈ। ਉਸ ਤੋਂ 3-4 ਘੰਟੇ ਮੈਂ ਦਫ਼ਤਰ ਆਇਆ। ਦਫ਼ਤਰ ਆਉਣ ਸਾਰ ਮੈਨੂੰ ਹਿੰਦੂ ਸੰਗਠਨਾਂ ਦੇ, ਸ਼ਿਵ ਸੈਨਾ ਵਾਲੇ ਮੈਂਬਰਾਂ ਦੇ ਕਾਲ ਆਉਣੇ ਸ਼ੁਰੂ ਹੋ ਗਏ। ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਹਾਡੇ ਅਦਾਰੇ 'ਚ ਇਹ ਖਬਰ ਲੱਗੀ ਹੈ? ਮੈਂ ਕਿਹਾ ਹਾਂਜੀ ਲੱਗੀ ਹੈ। ਸੋ ਮੇਰੇ ਬਾਰੇ ਲੋਕਾਂ ਨੂੰ ਇਹ ਸੀਗਾ ਵੀ ਕੋਈ ਜਿਵੇਂ ਵੀ ਕੋਈ ਗਰਮ ਖਬਰ ਹੈ ਜਾਂ ਕੋਈ ਤਿੱਖੀ ਖਬਰ ਹੈ ਉਹ ਬਠਿੰਡਾ ਤੋਂ ਹੀ ਲੱਗਦੀ ਹੈ ਅਦਾਰੇ 'ਚ। ਸੋ ਇਸ ਕਰਕੇ ਮੇਰੇ 'ਤੇ ਵੀ ਟਾਰਗੇਟ ਹੋਇਆ। ਮੈਨੂੰ ਕਈ ਜਣਿਆਂ ਦੇ ਫੋਨ ਵੀ ਆਏ, ਧਮਕੀਆਂ ਵੀ ਆਈਆਂ। ਸੋ ਮੈਂ ਚਲੋ ਉਹਨਾਂ ਨੂੰ ਉਸੇ ਤਰ੍ਹਾਂ ਨਾਲ ਜਵਾਬ ਵੀ ਦਿੱਤਾ। ਤਾਂ ਕੁਝ ਸਮੇਂ ਬਾਅਦ ਮੈਨੂੰ ਪਤਾ ਲੱਗਾ ਕਿ ਇਹ ਖਬਰ ਅੱਜ ਦੀ ਆਵਾਜ਼ ਜਾਂ ਦੂਜੇ ਅਦਾਰੇ 'ਚ ਵੀ ਲੱਗੀ। ਸੋ ਦੋਨੇ ਖਬਰਾਂ ਹੀ ਬੜੀਆਂ ਸੈਂਸਿਟਿਵ ਸੀਗੀਆਂ ਅਤੇ ਬੜਾ ਹੈਰਾਨੀਜਨਕ ਸੀਗਾ। ਸੋ ਅਸੀਂ ਵੀ ਸਾਡੇ ਸੰਪਾਦਕ ਤੱਕ ਪਹੁੰਚ ਕੀਤੀ ਵੀ ਇਸ ਮਸਲੇ ਨੂੰ ਨਿਪਟਾਇਆ ਜਾਵੇ, ਕਿਉਂਕਿ ਕਿਸੇ ਵਰਗ ਨੂੰ ਆਪਾਂ ਜੇ ਠੇਸ ਪਹੁੰਚਾਉਂਦੇ ਹਾਂ ਤਾਂ ਉਹ ਚੰਗੀ ਗੱਲ ਨਹੀਂ। ਸੋ ਅਦਾਰੇ ਨੇ ਪਤਾ ਨਹੀਂ ਕੀ ਸੋਚਿਆ ਜਾਂ ਨਹੀਂ ਸੋਚਿਆ, ਅੱਜ ਦੂਜੇ ਦਿਨ ਜਦੋਂ ਦੇਖਿਆ ਤਾਂ ਉਹਨਾਂ ਨੇ ਕੋਈ ਕਲੈਰੀਫਿਕੇਸ਼ਨ ਨਹੀਂ ਕੀਤੀ। ਸੋ ਫਿਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਤਾਂ ਮੈਂ ਫਿਰ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ, ਕਿਉਂਕਿ ਇੱਕ ਪੱਤਰਕਾਰ ਦੇ ਤੌਰ 'ਤੇ ਆਪਾਂ ਧਰਮ ਦੇ ਨਾਂ 'ਤੇ ਵੰਡੀਆਂ ਪਾਉਣ ਦੀ ਜ਼ਿੰਮੇਵਾਰੀ ਵਾਲੀ ਖਬਰ ਜਾਂ ਕੋਈ ਇਹੋ ਜਿਹੀ ਖਬਰ ਨਹੀਂ ਲਾ ਸਕਦੇ। ਸੋ ਮੇਰੇ ਮਨ ਨੂੰ ਠੇਸ ਪਹੁੰਚੀ। ਸੋ ਫਿਰ ਇਸੇ ਕਰਕੇ ਮੈਂ ਇਹ ਫੈਸਲਾ ਲਿਆ। ਸਰ, ਜਿਸ ਤਰ੍ਹਾਂ ਕਿ ਤੁਸੀਂ 13-14 ਸਾਲਾਂ ਤੋਂ ਅਦਾਰੇ ਦੇ ਨਾਲ ਜੁੜੇ ਹੋਏ ਹੋ, ਕੀ ਪਹਿਲਾਂ ਵੀ ਕਦੇ ਇਹੋ ਜਿਹਾ ਕੁਝ ਹੋਇਆ? ਜੇ ਆਪਾਂ ਕਿਸੇ ਵਰਗ ਨੂੰ ਠੇਸ ਪਹੁੰਚਾਉਣ ਦੀ ਗੱਲ ਕਰੀਏ ਜਾਂ ਇੱਕ ਨਿਸ਼ਾਨਾ ਬਣਾਉਣ ਦੀ ਗੱਲ ਕਰੀਏ ਤਾਂ ਅਦਾਰੇ ਵਿੱਚ ਇਹੋ ਜਿਹੀ ਗੱਲ ਕਦੇ ਪਹਿਲਾਂ ਨਹੀਂ ਹੋਈ। ਜੇ ਹੋਈ ਵੀ ਤਾਂ ਉਹ ਨੋਰਮਲ ਲੈਵਲ 'ਤੇ ਕਦੇ ਨਾ ਕਿਤੇ ਕੋਈ ਮਸਲਾ ਹੱਲ ਹੋ ਗਿਆ, ਕਿਉਂਕਿ ਚਲੋ ਅਖਬਾਰਾਂ ਦੀ ਪੋਲਿਸੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲਿਖਣਾ ਜਾਂ ਕਿਸੇ ਪਾਰਟੀ ਦੇ ਖਿਲਾਫ ਲਿਖਣਾ, ਉਹ ਗੱਲ ਵੱਖਰੀ ਹੋ ਜਾਂਦੀ ਹੈ। ਪਰ ਜਦੋਂ ਆਪਾਂ ਕਿਸੇ ਧਰਮ ਨੂੰ ਜਾਂ ਕਿਸੇ ਵਰਗ ਨੂੰ ਨਿਸ਼ਾਨਾ ਬਣਾਉਂਦੇ ਹਾਂ
ਤਾਂ ਉਹ ਮੇਰੀ ਸੋਚ ਮੁਤਾਬਕ ਗਲਤ ਹੈ। ਤਾਂ ਹੀ ਮੈਂ ਆਪਣੇ ਬੌਸ ਤੱਕ ਪਹੁੰਚ ਕੀਤੀ, ਪਰ ਉਹਨਾਂ ਨੇ ਕੋਈ ਰਿਸਪੌਂਸ ਨਾ ਦਿੱਤਾ। ਤਾਂ ਉਸ ਤੋਂ ਬਾਅਦ ਮਾਮਲਾ ਕਾਫੀ ਵੱਧ ਗਿਆ ਅਤੇ ਅੱਜ ਪਤਾ ਲੱਗਿਆ ਕਿ ਜਗਰਾਉਂ ਦੇ ਵਿੱਚ ਪਰਚਾ ਵੀ ਹੋਇਆ। ਸੋ ਫਿਰ ਉਸ ਤੋਂ ਪਹਿਲਾਂ ਮੈਂ ਸਵੇਰੇ ਜਦੋਂ ਗੱਲ ਨਾ ਮੰਨੀ ਤਾਂ ਮੈਂ ਵੀ ਅੱਜ ਦਾ ਅਖਬਾਰ ਦੇਖਿਆ ਤਾਂ ਫਿਰ ਮਨ ਨੂੰ ਹੋਰ ਦੁਖੀ ਹੋਏ। ਸੋ ਫਿਰ ਮੈਂ ਇਹੀ ਫੈਸਲਾ ਲੈਣਾ ਠੀਕ ਸਮਝਿਆ ਵੀ ਅਸਤੀਫਾ ਦੇ ਕੇ ਆਪਾਂ ਪਾਸੇ ਹੋਈਏ। ਕੀ ਸਰ ਤੁਸੀਂ ਵਾਕਈ ਤੁਹਾਨੂੰ ਮਤਲਬ ਬੁਰਾ ਫੀਲ ਹੋਇਆ ਜਾਂ ਤੁਹਾਨੂੰ ਇਹ ਲੱਗਿਆ ਵੀ ਮੇਰਾ ਵੀ ਵਿਰੋਧ ਹੋ ਸਕਦਾ ਹੈ ਕੱਲ੍ਹ ਨੂੰ, ਤਾਂ ਕਰਕੇ ਤੁਸੀਂ ਅਸਤੀਫਾ ਦੇ ਦਿੱਤਾ? ਗੱਲ ਵਿਰੋਧ ਦੀ ਨਹੀਂ ਹੈ। ਜਦੋਂ ਆਪਾਂ ਕਿਸੇ ਅਦਾਰੇ ਦੇ ਵਿੱਚ ਕੰਮ ਕਰਦੇ ਹਾਂ ਤਾਂ ਉੱਥੇ ਫਿਰ ਜ਼ਿੰਮੇਵਾਰ ਸਾਰੇ ਹੀ ਹੈ, ਚਾਹੇ ਉਹ ਖਬਰ ਕਿਤੋਂ ਵੀ ਲੱਗੇ, ਕਿਉਂਕਿ ਵਰਗ ਕੋਈ ਵੀ ਹੈ, ਸਾਰੇ ਵਰਗ ਦੇ ਲੋਕ ਸਾਰੇ ਪੰਜਾਬ 'ਚ ਸਾਰੇ ਦੇਸ਼ 'ਚ ਬੈਠੇ ਆ। ਉੱਥੇ ਵਿਰੋਧ ਜ਼ਿਲ੍ਹਾ ਇੰਚਾਰਜਾਂ ਦਾ ਜਾਂ ਜ਼ਿਲ੍ਹੇ ਦੇ ਵਿੱਚ ਖੁੱਲ੍ਹੇ ਦਫ਼ਤਰਾਂ ਦਾ ਹੋਣਾ ਲਾਜ਼ਮੀ ਹੈ। ਮੈਨੂੰ ਵੀ ਬਹੁਤ ਮੇਰੇ ਸੱਜਣ ਮਿੱਤਰਾਂ ਦਾ, ਜਿੰਨੇ ਵੀ ਚਲੋ ਬਣੀ ਕਰਕੇ ਹੋ ਸਕਦਾ ਮੇਰੀ ਰਹਿ ਗਈ ਹੋਵੇ, ਸ਼ਿਵ ਸੈਨਾ ਦੇ ਕਈ ਮੈਂਬਰ ਨੇ, ਹਿੰਦੂ ਸੰਗਠਨ ਕਾਫੀ ਨੇ, ਉਹਨਾਂ ਨੇ ਧਰਨਾ ਲਗਾਉਣ ਦੀ ਵੀ ਗੱਲ ਕਹੀ, ਵਿਰੋਧ ਕਰਨ ਦੀ ਵੀ ਗੱਲ ਕਹੀ। ਸੋ ਚਲੋ ਮਿਹਨਤ ਲਾ ਲਓ ਜਾਂ ਆਪਣੇ ਤੌਰ 'ਤੇ ਉਹਨਾਂ ਨਾਲ ਦੋਸਤੀ ਮਿੱਤਰਤਾ ਲਾ ਲਓ ਜਾਂ ਕਿਵੇਂ ਵੀ ਲਾ ਲਓ, ਉਹ ਮਾਮਲਾ ਮੈਂ ਸੌਰਟ ਆਊਟ ਕਰ ਲਿਆ। ਨੰਬਰ 2 'ਤੇ ਇੱਕ ਦੂਜੇ ਅਖਬਾਰ 'ਚ ਵੀ ਲੱਗੀ ਸੀ। ਸੋ ਇਸ ਕਰਕੇ 2 ਅਖਬਾਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣੀਆਂ ਜਾਂ ਆਪਾਂ ਕਿਸੇ ਵਰਗ ਨੂੰ ਠੇਸ ਪਹੁੰਚਾਈਏ, ਚੰਗੀ ਗੱਲ ਨਹੀਂ। ਸੋ ਵਿਰੋਧ ਤਾਂ ਫਿਰ ਸਾਰੇ ਪੰਜਾਬ 'ਚ ਹੀ ਹੋਣਾ ਸੀ, ਸਾਰੇ ਅਖਬਾਰ ਦਾ ਹੀ ਹੋਣਾ ਸੀ ਜੀ। ਸਰ ਪਹਿਲਾਂ ਵੀ ਕਈ ਵਾਰੀ ਮਸਲੇ ਦੇਖੋ ਸਾਹਮਣੇ ਆ ਚੁੱਕੇ ਨੇ, ਜਿਸ ਤਰ੍ਹਾਂ ਕਿਸੇ ਵੀ ਧਰਮ ਦੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਕਈ ਵਾਰੀ ਇਹ ਬਹੁਤ ਭਿਆਨਕ ਰੂਪ ਲੈ ਲੈਂਦੀਆਂ ਨੇ। ਤਾਂ ਕੀ ਅਦਾਰਾ ਇੰਨਾ ਮਤਲਬ ਇਰਰਿਸਪੌਂਸਿਬਲ ਹੈ ਜਾਂ ਉਹਨਾਂ ਨੂੰ ਇੰਨਾ ਨਹੀਂ ਪਤਾ ਕਿ ਇਹਦੇ ਕੀ ਕੰਸੀਕੁਐਂਸਿਸ ਹੋ ਸਕਦੇ ਨੇ? ਮੈਂ ਤਾਂ ਆਪ ਖੁਦ ਹੈਰਾਨ ਹਾਂ ਵੀ ਸਾਡੇ ਸੰਪਾਦਕ ਸਾਹਿਬ ਕਦੇ ਐਡੀ ਵੱਡੀ ਗਲਤੀ ਨਹੀਂ ਕਰਦੇ, ਬੜਾ ਸੋਚ ਸਮਝ ਕੇ ਚੱਲਦੇ ਨੇ। ਨਾ ਹੀ ਕਦੇ ਐਡਾ ਕੋਈ ਪਹਿਲਾਂ ਵੱਡੇ ਪੱਧਰ 'ਤੇ ਕੋਈ ਐਡਾ ਵਿਵਾਦ ਵਾਲੀ ਗੱਲ ਨਹੀਂ ਸਾਹਮਣੇ ਆਈ। ਜਦੋਂ ਕਿਸੇ ਪਾਰਟੀ ਨਾਲ ਭਾਵੇਂ ਕੋਈ ਵਖਰੇਵੇਂ ਆ ਜਾਣ, ਜੇ ਕਿਸੇ ਪਾਰਟੀ ਦੇ ਖਿਲਾਫ ਲਿਖਦੇ ਆ ਤਾਂ ਉਹਦੇ ਵਰਕਰ ਜ਼ਰੂਰ ਵਿਰੋਧ ਕਰਦੇ ਆ। ਸੋ ਪਰ ਕਿਸੇ ਵਰਗ ਪ੍ਰਤੀ ਇਸ ਤਰ੍ਹਾਂ ਦੀ ਗੱਲ ਨਹੀਂ ਕਦੇ ਵੀ ਸਾਹਮਣੇ ਆਈ। ਅਸੀਂ ਆਪ ਹੈਰਾਨ ਹਾਂ ਵੀ ਐਡੀ ਘਟਨਾ ਕਿਵੇਂ ਵਾਪਰ ਗਈ। ਤੁਹਾਡੀ ਗੱਲ ਹੋਈ ਉਹਨਾਂ ਦੇ ਨਾਲ ਜੋ ਚੀਫ ਐਡੀਟਰ ਹੈ, ਉਹਨਾਂ ਦਾ ਕੀ ਕਹਿਣਾ ਇਸ ਗੱਲ 'ਤੇ? ਉਹਨਾਂ ਦਾ ਕਹਿਣਾ ਇਹੀ ਸੀਗਾ ਵੀ ਜੇ ਆਪਾਂ ਪਾਰਟੀ ਦਾ ਸੰਵਿਧਾਨ ਦੇਖੀਏ ਬਤੌਰ ਸ਼੍ਰੋਮਣੀ ਅਕਾਲੀ ਦਲ, ਜਾਂ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਕੱਦ ਦੇਖੀਏ ਵੀ ਉਹ ਅੰਮ੍ਰਿਤਧਾਰੀ ਸਿੱਖ ਨੇ, ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ, ਤਾਂ ਉਸ ਸੰਵਿਧਾਨ ਦੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਵਿਧਾਨ 'ਤੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੰਵਿਧਾਨ ਦੇ ਤੌਰ 'ਤੇ ਉਹ ਕਿਤੇ ਵੀ ਮਾਤਾ ਦੇ ਮੰਦਿਰ 'ਚ ਨਤਮਸਤਕ ਨਹੀਂ ਹੋ ਸਕਦੇ, ਜਾਂ ਉਹ ਖੰਭਣੀ ਨਹੀਂ ਬਣਵਾ ਸਕਦੇ, ਜਾਂ ਉੱਥੋਂ ਦਸਾਲਾ ਨਹੀਂ ਲੈ ਸਕਦੇ। ਸੋ ਹੋ ਸਕਦਾ ਵੀ ਇਸ ਮੈਟਰ ਨੂੰ ਲੈ ਕੇ ਉਹਨਾਂ ਨੇ ਟੱਚ ਕੀਤਾ ਹੋਵੇ, ਬਟ ਇਹ ਹੈ ਵੀ ਜਿਹੜਾ ਹੈਡਿੰਗ ਲਿਖਿਆ ਗਿਆ ਉਹਦੇ ਵਿੱਚ ਬਗਾਨੀ ਮਾਂ ਲਫ਼ਜ਼, ਉਹ ਉਸ ਨਾਲ ਕਾਫੀ ਜਿਹੜਾ ਹੈ ਮਾਹੌਲ ਖ਼ਰਾਬ ਹੋਇਆ। ਪਰ ਇਹ ਤਾਂ ਪਹਿਲੀ ਵਾਰ ਨਹੀਂ ਨਾ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਆਗੂ ਵੱਲੋਂ ਵੀ ਹਿੰਦੂ ਮੰਦਿਰਾਂ ਦੇ ਵਿੱਚ ਮੱਥਾ ਟੇਕਿਆ ਗਿਆ ਹੋਵੇ ਜਾਂ ਕਿਤੇ ਵੀ, ਇਹ ਪਹਿਲੀ ਵਾਰ ਤਾਂ ਨਹੀਂ ਹੋਇਆ। ਬਿਲਕੁਲ ਜੀ, ਪਰ ਇਹ ਮਾਮਲਾ ਮੈਂ ਵੀ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇਹ ਸਮਝ ਤੋਂ ਬਾਹਰ ਹੈ ਵੀ ਐਡੀ ਘਟਨਾ ਕਿਵੇਂ ਵਾਪਰ ਗਈ, ਜਾਂ ਉਹਨਾਂ ਨੇ ਐਡੀ ਆਪਣੀ ਗੈਰ ਜ਼ਿੰਮੇਵਾਰੀ ਵਾਲੀ ਗੱਲ ਸਾਹਮਣੇ ਲਿਆ ਕੇ ਇੰਨਾ ਇੱਕ ਟੱਚ ਕਰ ਦੇਣਾ ਇੱਕ ਵਰਗ ਨੂੰ। ਤਾਂ ਅਸੀਂ ਵੀ ਇਸ ਗੱਲ 'ਤੇ ਇਸੇ ਕਰਕੇ ਤਾਂ ਅਸਤੀਫਾ ਦਿੱਤਾ ਜੀ, ਵੀ ਜਦੋਂ ਸਾਡੇ ਵੀ ਹੱਥੋਂ ਗੱਲ ਨਿਕਲ ਗਈ, ਕਿਉਂਕਿ 14 ਸਾਲ ਹੋ ਗਏ ਇਸ ਅਦਾਰੇ ਨੂੰ। ਬਠਿੰਡਾ ਦੇ ਵਿੱਚ ਮੈਂ ਆਪ ਲੈ ਕੇ ਆਇਆ ਸੀਗਾ ਅਤੇ ਬੜੀ ਮਿਹਨਤ ਨਾਲ ਇੱਥੋਂ ਤੱਕ ਲੈ ਕੇ ਆਏ ਹਾਂ, ਅਤੇ ਅੱਜ ਆਪ ਨੂੰ ਵੀ ਬੜਾ ਮਨ ਦੁਖਿਆ, ਕਿਉਂਕਿ ਇੱਕ ਬੱਚੇ ਨੂੰ ਆਪਾਂ ਜਵਾਨ ਕਰਕੇ ਜੇ ਆਪਾਂ ਉਸ ਨੂੰ ਆਪਾਂ ਘਰੋਂ ਕੱਢਦੇ ਹਾਂ ਜਾਂ ਛੱਡਦੇ ਹਾਂ ਤਾਂ ਇੱਕ ਬੇਰੁਜ਼ਗਾਰੀ ਵਾਲੀ ਗੱਲ ਹੋ ਜਾਂਦੀ ਹੈ। ਕਿਉਂਕਿ ਇਹ ਪੱਤਰਕਾਰਤਾ ਹੋ ਸਕਦਾ ਪੱਤਰਕਾਰਾਂ ਲਈ ਹੋਰ ਤਰ੍ਹਾਂ ਦਾ ਬਿਜ਼ਨਸ ਹੋਵੇ, ਪਰ ਮੇਰੇ ਲਈ ਤਾਂ ਰੁਜ਼ਗਾਰ ਹੈ, ਕਿਉਂਕਿ ਮੈਂ ਇੱਥੋਂ ਹੀ ਰੋਟੀ ਖਾਣੀ ਹੈ, ਇੱਥੋਂ ਹੀ ਸਾਰਾ ਸਿਸਟਮ ਚਲਾਉਣਾ ਹੈ। ਸੋ ਇਸ ਕਰਕੇ ਇਸ ਇੱਕ ਅਦਾਰੇ ਨਾਲ ਨੂੰ ਚਲਾਉਣ ਦੇ ਲਈ ਬਹੁਤ ਮਿਹਨਤ ਲੱਗਦੀ ਇੱਕ ਪੱਤਰਕਾਰ ਦੀ ਜੀ। ਬਾਕੀ ਅਦਾਰੇ ਦੇ ਨਾਲ ਇੱਕ ਦਿਲੋਂ ਜੁੜਨਾ ਵੀ ਗੱਲ ਵੱਡੀ ਹੁੰਦੀ ਹੈ, ਤਾਂ ਫਿਰ ਉਸ ਅਦਾਰੇ ਨਾਲ ਇੱਕ ਘਟਨਾ ਵਾਪਰ ਜਾਣੀ, ਹੋ ਸਕਦਾ ਸੀ ਮੈਂ ਚੁੱਪ ਕਰ ਜਾਂਦਾ, 2 ਦਿਨ ਦੀ ਗੱਲ ਸੀਗੀ, ਹੋ ਸਕਦਾ ਲੋਕ ਭੁੱਲ ਜਾਂਦੇ। ਪਰ ਇਹ ਮਾਮਲਾ ਅੱਜ ਨਰਾਤੇ ਵੀ ਹੈ, ਘਰੇ ਵੀ ਮੈਨੂੰ ਮੈਡਮ ਨੇ ਵੀ ਪੁੱਛਿਆ ਵੀ ਅਸੀਂ ਤਾਂ ਨਰਾਤੇ ਰੱਖੇ ਆ, ਮੇਰੀਆਂ ਬੱਚੀਆਂ ਅਤੇ ਭਤੀਜੀਆਂ ਉਹਨਾਂ ਨੇ ਵੀ ਨਰਾਤੇ ਰੱਖੇ ਆ, ਉਹਨਾਂ ਨੇ ਵੀ ਕਿਹਾ ਵੀ ਅੱਜ ਆਪਾਂ ਗੱਲ ਦਾ ਵੀ ਕੋਈ ਮੇਰੇ ਕੋਲ ਜਵਾਬ ਨਹੀਂ ਸੀ। ਸੋ ਇਸ ਕਰਕੇ ਮੈਂ ਤਾਂ ਹੁਣ ਵੀ ਇਹੀ ਹਿੰਦੂ ਵਰਗ ਨੂੰ, ਭਾਈਚਾਰੇ ਨੂੰ ਇਹ ਅਪੀਲ ਕਰਦਾ, ਬੇਨਤੀ ਕਰਦਾ ਵੀ ਜੇਕਰ ਪਹਿਰੇਦਾਰ ਅਦਾਰੇ ਦੇ ਵਿੱਚ ਖਬਰ ਲੱਗਣ ਕਰਕੇ ਕੋਈ ਪ੍ਰੋਬਲਮ ਆਈ ਹੈ ਤਾਂ ਮੈਂ ਉਹਦੀ ਮਾफ़ੀ ਮੰਗਦਾ। ਸੋ ਮੈਂ ਆਪਦੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਪਾਸੇ ਹੋਇਆ। ਵਰਮਾ ਜੀ, ਸਿਰਫ ਤੁਸੀਂ ਦਿੱਤਾ ਅਸਤੀਫਾ ਜਾਂ ਹੋਰ ਵੀ ਕਿਸੇ ਤੁਹਾਡੇ ਸਾਥੀ ਨੇ? ਸਾਡੇ ਫਰੀਦਕੋਟ ਤੋਂ ਜ਼ਿਲ੍ਹਾ ਇੰਚਾਰਜ ਹੈ ਜਗਦੀਸ਼ ਕੁਮਾਰ ਬਾਂਬਾ, ਉਹਨਾਂ ਨੇ ਵੀ ਦਿੱਤਾ ਹੈ ਜੀ। ਸਾਡੇ 2 ਲੁਧਿਆਣੇ ਤੋਂ ਪੱਤਰਕਾਰ ਹੈ ਜੀ, ਗੰਭੀਰ ਹੈ ਇੱਕ, ਹੋਰ ਆ ਮੁੰਡੇ ਦਾ ਨਾਮ, ਉਹਨਾਂ ਨੇ ਵੀ ਦਿੱਤਾ ਜੀ। ਸਾਡੇ ਸਰਕੂਲੇਸ਼ਨ ਦੇ ਜਿਹੜੇ ਇੰਚਾਰਜ ਸੀ ਉਹਨਾਂ ਨੇ ਵੀ ਨੋਟਿਸ ਕੱਢਿਆ, ਕਿਉਂਕਿ ਉਹ ਸਾਰਾ ਬਿਜ਼ਨਸ ਦੇਖਦੇ ਸੀ, ਉਹ ਐਟ ਏ ਟਾਈਮ ਅਸਤੀਫਾ ਨਹੀਂ ਦੇ ਸਕਦੇ ਸੀ। ਸੋ ਕਾਫੀ ਪ੍ਰੋਬਲਮ ਚੱਲ ਰਹੀ ਹੈ ਜੀ। ਤੁਹਾਡਾ ਜਿਹੜਾ ਰੈਜ਼ਿਗਨੇਸ਼ਨ ਉਹ ਐਕਸੈਪਟ ਕਰ ਲਿਆ ਗਿਆ ਜੀ? ਨਹੀਂ, ਇਸ ਬਾਰੇ ਮੈਨੂੰ ਨਹੀਂ ਪਤਾ, ਕਿਉਂਕਿ ਮੈਂ ਮੇਲ ਕਰਤਾ ਸੀਗਾ ਅਸਤੀਫਾ, ਅਤੇ ਮੈਂ ਜਾਣਕਾਰੀ ਵੀ ਸਾਡੇ MD ਸਾਹਿਬ ਨੂੰ ਅਤੇ ਦੇਤੀ ਸੀਗੀ ਫ਼ੋਨ ਕਰਕੇ।
ਤੇ ਉਹਨਾਂ ਦੀ ਕਾਲ ਵੀ ਆਈ ਹੈ, ਤਾਂ ਮੈਂ ਉਹ ਰਿਸੀਵ ਨਹੀਂ ਕਰ ਪਾਇਆ, ਤਾਂ ਕਰਕੇ ਹਜੇ ਹੋ ਸਕਦਾ ਜਾਂ ਕਿਵੇਂ ਕੀ ਕਰਦੇ ਆ, ਬਟ ਮੈਂ ਹੁਣ ਦੁਬਾਰੇ ਇਸ ਅਦਾਰੇ 'ਚ ਕੰਮ ਕਰਨਾ ਨਹੀਂ, ਮੈਂ ਆਪਣੀ ਸੋਚ ਮੁਤਾਬਕ ਨਹੀਂ ਸਮਝਦਾ। ਥੈਂਕ ਯੂ ਸਰ। ਸੋ ਇਹ ਸਨ ਅਨਿਲ ਵਰਮਾ ਜੀ, ਜਿਨ੍ਹਾਂ ਨੇ ਆਪਣੇ ਅਦਾਰੇ ਤੋਂ ਅਸਤੀਫਾ ਦਿੱਤਾ ਕਿਉਂਕਿ ਉਹਨਾਂ ਵੱਲੋਂ, ਇਹਨਾਂ ਦੇ ਅਦਾਰੇ ਵੱਲੋਂ ਇੱਕ ਖਬਰ ਛਾਪੀ ਗਈ ਜਿਹਦੇ ਵਿੱਚ ਹਿੰਦੂ ਭਾਵਨਾਵਾਂ ਨੂੰ ਬਹੁਤ ਬੁਰੀ ਤਰ੍ਹਾਂ ਠੇਸ ਪਹੁੰਚਾਈ ਗਈ ਹੈ। ਬਠਿੰਡਾ ਤੋਂ ਪ੍ਰੋ ਪੰਜਾਬ ਟੀਵੀ ਦੇ ਲਈ ਆਕਾਂਕਸ਼ਾ ਸਕਸੈਨਾ।